मेरी मौत ते ना रोयो, मेरी सोच नू बचायो। मेरी मौत ते ना रोयो, मेरी सोच नू बचायो। मेरे लहू दा केसर रेते च ना रड़ायो। मेरी मौत ते ना रोयो, मेरी सोच नू बचायो। कोई व्यक्ति, कोई परिवार, कोई देश, ਉਹਦੇ ਬਾਰੇ ਅਸੀਂ ਕੋਈ ਗੱਲ ਕਰਨੀ ਹੋਵੇ, ਉਹਦੀ ਕੀ ਹਸੀਅਤ ਹੈ, ਕਿਵੇਂ ਵਿਚਰਦਾ, ਤਾਂ ਸਾਨੂੰ ਸਭ ਤੋਂ ਪਹਿਲਾਂ ਉਹਦਾ ਆਰਥਿਕ ਵਿਸ਼ਲੇਸ਼ਣ ਕਰਨਾ ਪੈਂਦਾ। ਪੰਜਾਬ ਕਿੱਧਰ ਨੂੰ ਹੈ, ਇਸ ਤੋਂ ਪਹਿਲਾਂ ਛੋਟਾ ਜਿਹਾ ਇੱਕ ਪੰਜਾਬ ਦੀ ਆਰਥਿਕਤਾ ਬਾਰੇ ਛੋਟੀ ਜਿਹੀ ਗੱਲ ਕਰਨੀ ਪਊਗੀ। ਪਹਿਲਾਂ ਤਾਂ ਪੰਜਾਬ ਦੀ ਭੂਗੋਲਿਕ ਸਥਿਤੀ, ਜਦ ਮੈਂ ਪ੍ਰਾਇਮਰੀ 'ਚ ਪੜ੍ਹਦਾ ਸੀ ਤਾਂ ਉਦੋਂ ਪੰਜਾਬ ਇੱਕ ਸੂਬੇ ਵਜੋਂ ਨਹੀਂ ਜਾਣਿਆ ਜਾਂਦਾ, ਭਾਵੇਂ ਹੈ ਸੂਬਾ ਹੀ। ਸਾਡੀ ਕਵਿਤਾ ਹੁੰਦੀ ਸੀ, ਸੋਹਣਾ ਦੇਸ਼ਾਂ ਚੋਂ ਦੇਸ਼ ਪੰਜਾਬ ਦੀ ਸਹੀਓ, ਜਿਵੇਂ ਫੁੱਲਾਂ ਚੋਂ ਫੁੱਲ ਗੁਲਾਬ ਨਹੀਂ ਸਹੀ। ਕਾਰਨ ਕੀ ਸੀ ਕਿ ਪਸ਼ਾਵਰ ਤੋਂ ਲੈ ਕੇ ਫਰੀਦਾਬਾਦ ਤੱਕ, ਰਾਜਸਥਾਨ ਦੇ ਬਾਰਡਰ ਤੋਂ ਲੈ ਕੇ ਲੇਹ ਲਦਾਖ ਤੱਕ, ਜੰਮੂ ਕਸ਼ਮੀਰ ਸਮੇਤ ਇਹ ਸਾਰਾ ਪੰਜਾਬ ਸੀ। ਕਿਵੇਂ ਟੁੱਟਾ ਇਹਦੇ 'ਚ ਸਮਾਂ ਨਹੀਂ ਹੈ ਜਾਣਦਾ, ਲੇਕਿਨ ਦੁਸ਼ਮਣਾਂ ਦੀ ਨਿਸ਼ਾਨਦੇਹੀ ਹੈਗੀ ਕਿ ਅੰਗਰੇਜ਼ ਆਉਣ ਲੱਗੇ ਇਸ ਦੇਸ਼ ਵਰਗੇ ਸੂਬੇ ਦੇ ਦੋ ਟੋਟੇ ਕਰ ਗਏ। ਫਿਰ ਵੋਟਾਂ ਦੇ ਝਗੜੇ 'ਚ ਅਕਾਲੀਆਂ ਕਾਂਗਰਸੀਆਂ ਦੇ ਆਪਣੇ ਹਿਸਾਬ ਨਾਲ ਛੋਟਾ ਕਰ ਲਿਆ, ਜਿੱਥੋਂ ਕਿਸੇ ਨੂੰ ਵੋਟਾਂ ਮਿਲਦੀਆਂ ਉਸ ਹਿਸਾਬ ਨਾਲ ਰਾਜਪੁਰੇ ਤੱਕ ਦਾ ਪੰਜਾਬ ਰਹਿ ਗਿਆ। 47 ਤੋਂ ਬਾਅਦ ਇਹਦੀਆਂ ਜਿਹੜੀਆਂ ਆਰਥਿਕ ਤਬਦੀਲੀਆਂ ਨੇ ਉਹ ਬਹੁਤ ਨੋਟ ਕਰਨ ਵਾਲੀਆਂ। ਉਹਨਾਂ ਤਬਦੀਲੀਆਂ ਕਾਰਨ ਹੀ ਪੰਜਾਬ ਦਾ ਸਾਰਾ ਮੂੰਹ ਮੱਥਾ ਜਿਹੜਾ ਉਹ ਖਰਾਬ ਹੋਇਆ। ਭਾਵੇਂ ਅਸੀਂ ਅੰਦੋਲਨ ਤੇ ਇਕੱਲਾ ਮਾਣ ਨਾ ਕਰੀ ਜਾਈਏ, ਪੰਜਾਬ ਦੀ ਸਥਿਤੀ ਕੀ ਬਣ ਗਈ ਹੈ। ਇੱਕ ਖੇਤੀਬਾੜੀ ਆਧਾਰਿਤ ਸੂਬਾ, ਜਿਹਦੀ ਖੇਤੀਬਾੜੀ ਪ੍ਰਫੁੱਲਤ ਹੋਣ ਨਾਲ ਹੀ ਇੱਥੋਂ ਦਾ ਵਿਕਾਸ ਹੋਣਾ ਸੀ, ਉਹਦੀ ਖੇਤੀਬਾੜੀ ਨੂੰ ਇੰਨੀ ਬੁਰੀ ਤਰ੍ਹਾਂ ਵਿਗਾੜਿਆ ਕਿ ਇੱਥੇ ਦੇ ਰਹਿਣ ਵਾਲੇ ਕਿਸਾਨ ਜਿਹੜੇ ਦੁਨੀਆ ਭਰ ਦੇ ਵਿੱਚ ਆਪਣੇ ਜਿਸਮ ਤਗੜੇ, ਜਿਸਮ ਲੰਮੇ ਚੌੜੇ ਕੱਦ ਕਰਕੇ ਖੇਡਾਂ ਹਰ ਚੀਜ਼ 'ਚ ਜਾਣੇ ਜਾਂਦੇ ਸੀ, ਉਹ ਨਸ਼ਈ ਹੋ ਗਏ, ਖੁਦਕਸ਼ੀਆਂ ਕਰ ਰਿਹਾ, ਕਰਜ਼ਾਈ ਹੋ ਗਏ। ਕਿੰਨੇ ਕੀਤੀ ਹੈ ਤਬਦੀਲੀ ਦੁਨੀਆ ਦੇ ਅੰਦਰ ਕੌਣ ਕਰ ਰਿਹਾ? ਕੁਝ ਜ਼ਿਕਰ ਹੋਇਆ, ਕੁਝ ਮੈਂ ਕਰਦਾ। ਸਭ ਤੋਂ ਪਹਿਲਾਂ ਤਾਂ ਵੇਖਣ ਵਾਲੀ ਗੱਲ ਹੈ ਕਿ ਸੰਸਾਰ ਕਿਸ ਦੌਰ 'ਚੋਂ ਲੰਘ ਰਿਹਾ। ਜਿਸ ਦੌਰ 'ਚੋਂ ਲੰਘ ਰਿਹਾ, ਫੈਸਲੇ ਉਸ ਹਿਸਾਬ ਨਾਲ ਹੀ ਹੋਣੇ। ਸੰਸਾਰ ਕਿਹੜੇ ਦੌਰਾਂ 'ਚੋਂ ਲੰਘ ਕੇ ਆਇਆ? ਜੰਗਲ ਦੇ ਰਹਿਣ ਵਾਲੇ ਦੌਰ 'ਚੋਂ ਲੰਘ ਕੇ ਆਇਆ, ਜਿਹਨੂੰ ਪੁਰਾਤਨ ਕਮਿਊਨਿਜ਼ਮ ਕਹਿੰਦੇ ਅਸੀਂ ਰਾਜਨੀਤੀ 'ਚ। ਗੁਲਾਮਦਾਰੀ ਯੁੱਗ 'ਚੋਂ ਲੰਘ ਕੇ ਆਇਆ, ਜ਼ਗੀਰਦਾਰੀ ਯੁੱਗ 'ਚੋਂ ਲੰਘ ਕੇ ਆਇਆ, ਸਰਮਾਏਦਾਰੀ ਯੁੱਗ 'ਚੋਂ ਲੰਘਿਆ। ਅੱਜ ਸੰਸਾਰ ਸਾਮਰਾਜੀ ਦੌਰ 'ਚੋਂ ਲੰਘ ਰਿਹਾ। ਅੱਜ ਦੁਨੀਆ ਦੇ ਹਰ ਕੋਨੇ, ਹਰ ਦੇਸ਼, ਹਰ ਗਲੀ ਮੁਹੱਲੇ ਦੇ ਅੰਦਰ ਸਾਮਰਾਜੀ ਦੇਸ਼ਾਂ ਦੀਆਂ ਕੰਪਨੀਆਂ ਲੋਕਾਂ ਦਾ ਜਨ ਜੀਵਨ, ਲੋਕਾਂ ਦੀ ਆਰਥਿਕਤਾ, ਦੇਸ਼ਾਂ ਦੀ ਰਾਜਨੀਤੀ ਨੂੰ ਆਪਣੀ ਮਨਮਰਜ਼ੀ ਨਾਲ ਚਲਾ ਰਹੀਆਂ।
ਜਿੱਥੇ ਮਨਮਰਜ਼ੀ ਨਹੀਂ ਚੱਲਦੀ ਉੱਥੇ ਧੱਕਾ ਜੋਰੀ ਕਰ ਰਹੀਆਂ। ਪੰਜਾਬ ਦੀ ਖੇਤੀਬਾੜੀ ਨੂੰ ਇੱਕ ਗਲਤ ਦਿਸ਼ਾ ਦੇ ਕੇ ਤੇ ਰੌਲਾ ਪਾਤਾ, ਪੰਜਾਬ ਤਰੱਕੀ ਵੱਲ ਜਾ ਰਿਹਾ। ਹਰੇ ਇਨਕਲਾਬ ਦਾ ਰੌਲਾ ਪਾਤਾ। ਇਹ ਕੋਈ ਹਰਾ ਇਨਕਲਾਬ ਹੈ ਹੀ ਨਹੀਂ ਸੀ। ਸਾਮਰਾਜੀ ਕੰਪਨੀਆਂ ਪੰਜਾਬ ਦੀ ਖੇਤੀਬਾੜੀ ਦੇ ਵਿੱਚ ਇੱਕ ਨਵੀਂ ਕਿਸਮ ਦੇ ਬੀਜ ਤੇ ਟੈਕਨੋਲੋਜੀ ਲਿਆ ਕੇ ਆਪਣਾ ਸਮਾਨ ਵੇਚਣਾ ਚਾਹੁੰਦੇ ਸੀ। ਜਨੇਵਾ ਦੇ ਵਿੱਚ ਕੰਪਨੀਆਂ ਨੇ ਮੀਟਿੰਗ ਕੀਤੀ। ਫੋਰਡ ਕੰਪਨੀ ਦਾ ਮਾਲਕ ਰੌਕਫੈਲਰ ਇਹ ਮੀਟਿੰਗ ਕਰਾਉਣ ਵਾਲਿਆਂ ਚੋਂ ਸੀ। ਟਰੈਕਟਰਾਂ ਦੀਆਂ ਕੰਪਨੀਆਂ, ਖਾਦਾਂ ਦੀਆਂ ਕੰਪਨੀਆਂ, ਤੇਲ ਵਾਲੀਆਂ ਕੰਪਨੀਆਂ, ਕੀਟਨਾਸ਼ਕ, ਇਹ ਸਾਰੇ ਇਕੱਠੇ ਹੋਏ ਤਾਂ ਜਿਹੜਾ ਨਾਰਮਨ ਬੋਰਲੌਗ ਹੈ, ਇਹ ਡਿਊ ਪਾਉਂਡ ਕੰਪਨੀ ਦਾ ਰਸਾਇਣ ਵਿਗਿਆਨੀ ਸੀ, ਹਥਿਆਰ ਬਣਾਉਣ ਵਾਲੀ ਕੰਪਨੀ ਦਾ। ਰੌਕਫੈਲਰ ਨੇ ਕਿਹਾ ਖਾਲੀ ਚੈੱਕ ਲੈ ਲਾ, ਜਿੰਨੇ ਮਰਜ਼ੀ ਪੈਸੇ ਭਰ ਲਾ, ਸਾਨੂੰ ਇੱਕ ਬੀਜ ਤਿਆਰ ਕਰਕੇ ਦੇ, ਜਿੰਨੂੰ ਜਿੰਨੇ ਟਰੱਕ ਮਰਜ਼ੀ ਖਾਦ ਪਾ ਦਿਓ ਡਿੱਗੇ ਨਾ। ਮੇਰੀ ਉਮਰ ਦੇ ਕਿਸਾਨ ਥੋੜੇ ਹੋਣੇ ਆ। ਸਾਡੇ ਉਸ ਸਮੇਂ ਪੰਜਾਬ ਦੇ ਵਿੱਚ ਬਿਨਾਂ ਖਾਦ ਤੋਂ, ਬਿਨਾਂ ਰੂੜੀ ਤੋਂ ਕਣਕ ਇੰਨੀ ਵੱਧਦੀ ਸੀ ਕਿ ਡਿੱਗ ਜਾਂਦੀ ਸੀ ਤੇ ਉਹਨੂੰ ਫਲ ਨਹੀਂ ਸੀ ਚੰਗਾ ਲੱਗਦਾ, ਖਾਦ ਪਾਉਣ ਦੀ ਲੋੜ ਨਹੀਂ ਸੀ। ਇਹੀ ਹਾਲ ਝੋਨੇ ਦਾ। ਬੋਰਲੌਗ ਨੇ ਬੌਣੇ ਬੀਜ ਤਿਆਰ ਕੀਤੇ ਜਿਨ੍ਹਾਂ ਨੂੰ ਡਵਾਰਫ ਵੈਰਾਈਟੀਜ਼ ਕਹਿੰਦੇ ਆ। ਉਹਨਾਂ ਨੂੰ ਖਾਦ ਪਈ। ਫਿਰ ਪਹਿਲੀ ਵਾਰੀ ਸਾਮਰਾਜ ਸਾਡੇ ਪੰਜਾਬ ਦੇ ਅੰਦਰ ਰਸਾਇਣਕ ਖਾਦ ਲੈ ਗਿਆ, ਕਿਉਂਕਿ ਇਹ ਸਾਰਾ ਜਿਹੜਾ ਹਰਾ ਇਨਕਲਾਬ ਹੈ ਰਸਾਇਣਕ ਮਾਡਲ। ਉਸ ਤੋਂ ਬਾਅਦ ਟਰੈਕਟਰ ਆਏ, ਉਸ ਤੋਂ ਬਾਅਦ ਡੀਜ਼ਲ ਦੀ ਲੋੜ ਪਈ, ਪੈਟਰੋਲ ਦੀ ਲੋੜ ਪਈ। ਤੁਸੀਂ ਜੈਨੇਟਿਕਲ ਪੌਦਿਆਂ ਬਾਰੇ ਸਾਰਿਆਂ ਨੇ ਪੜ੍ਹਿਆ ਕਿ ਉਹਨਾਂ ਪੌਦਿਆਂ ਨੂੰ ਉਸ ਵੇਲੇ ਇਦਾਂ ਦੇ ਬਣਾ ਦਿੱਤਾ ਜਾਂਦਾ ਕਿ ਉਹਦੇ ਨਦੀਨ ਉਹਦੇ ਆਲੇ ਦੁਆਲੇ ਹੋਣ ਦੀਆਂ ਸੰਭਾਵਨਾਵਾਂ ਮੌਜੂਦ ਹੋ ਜਾਂਦੀਆਂ। ਤਾਂ ਇਦਾਂ ਦਾ ਮਾਡਲ ਲੈਣ ਦਾ ਪੰਜਾਬ 'ਚ ਇਸ ਕਰਕੇ ਲੈਂਦਾ ਕਿ ਇਹ ਕਣਕ ਝੋਨਾ ਬਹੁਤ ਪਾਣੀ ਮੰਗਦਾ, ਪੰਜਾਬ 'ਚ ਪਾਣੀ ਹੈਗਾ ਸੀ, ਇਸ ਕਰਕੇ ਸਾਡੇ ਗਲ ਪਾਤਾ। ਰੌਲਾ ਪੈ ਗਿਆ ਹਰੇ ਇਨਕਲਾਬ ਦਾ। ਸਮਾਨ ਵਿਕਿਆ ਕੰਪਨੀਆਂ ਦਾ ਜਿਹੜਾ ਅੱਜ ਵੀ ਵਿਕ ਰਿਹਾ। ਦੇਸ਼ ਦੇ ਗਦਾਰ ਹਾਕਮਾਂ ਦੀ ਗੱਲ ਸੁਣੋ, ਸਾਡੇ ਗੱਲ ਲਿਆ ਕੇ ਮਾਡਲ ਮੜ ਦਿੱਤਾ, ਪਰ ਇਹਦੀ ਲੋੜ ਪੂਰਾ ਕਰਨ ਲਈ ਇੱਕ ਵੀ ਚੀਜ਼ ਨਹੀਂ ਬਣਾਈ, ਅਜੇ ਤੱਕ ਵੀ ਨਹੀਂ ਬਣਾਈ। ਕੋਈ ਟਰੈਕਟਰ ਸਾਡੇ ਨਹੀਂ ਬਣ ਰਿਹਾ, ਇੱਥੇ ਕੋਈ ਫੈਕਟਰੀ ਨਹੀਂ ਹੈਗੀ, ਸਾਰੇ ਬਾਹਰੋਂ ਆ ਰਹੇ, ਵਿਦੇਸ਼ੀ ਕੰਪਨੀਆਂ ਦੇ ਆ ਰਹੇ। ਸਾਡੇ ਇੱਥੇ ਡੀਏਪੀ ਖਾਦ 4% ਬਣ ਰਹੀ, 96% ਅਮਰੀਕਾ ਤੋਂ ਆ ਰਹੀ। ਅਸੀਂ ਡੀਜ਼ਲ ਪੈਟਰੋਲ ਵਰਤਣਾ 15% ਭਾਰਤ ਚੋਂ ਨਿਕਲ ਰਿਹਾ, 85% ਅਮਰੀਕਾ ਤੋਂ ਆ ਰਿਹਾ। ਜਿੰਨੀ ਕੀਟਨਾਸ਼ਕ ਹੈ ਇਹਦਾ ਵੱਡਾ ਹਿੱਸਾ ਅਮਰੀਕਾ ਦੀ ਕੰਪਨੀ ਮਨਸੈਂਟੋ ਤੋਂ ਆ ਰਿਹਾ। ਹੋਇਆ ਕਿ ਬਾਹਰਲੀਆਂ ਵਿਦੇਸ਼ੀ ਕੰਪਨੀਆਂ ਤੋਂ ਇਨਪੁੱਟ ਜਿੰਨਾ ਚਾਹੀਦਾ ਸੀ ਸਾਰਾ ਮੰਗਾ ਕੇ ਅੱਜ ਵੀ ਸਿਰਫ 30% ਘਾਟਾ ਪੈਂਦਾ। ਤਾਂ ਤੁਸੀਂ ਕਹਿੰਦੇ ਆ ਜੀ ਕਿਸਾਨਾਂ ਨੇ ਇਹ ਕਰਜ਼ਾਈ ਹੋ ਗਏ, ਇਹਦਾ ਵੀ ਕੰਮ ਨਹੀਂ ਕਰਦੇ, ਇਹ ਖਰਚੇ ਬੜੇ ਕਰਦੇ ਆ, ਸ਼ਰਾਬ ਪੀਂਦੇ। 30% ਘਾਟੇ ਵਾਲਾ ਕੋਈ ਵੀ ਕੰਮ ਜਿਹੜਾ ਉਹ ਕਿੰਨਾ ਚਿਰ ਚੱਲ ਸਕਦਾ? ਯਾਦ ਕਰੋ ਕਿ ਖੂਹ ਦੀ ਵਾਹੀ ਵਾਲਾ, ਹਲ ਦੀ ਵਾਹੀ ਵਾਲਾ, ਹੱਥ ਨਾਲ ਕਣਕ ਵੱਢਣ ਵਾਲਾ ਕਿਸਾਨ ਕਰਜ਼ਾਈ ਨਹੀਂ ਸੀ, ਕਦੀ ਖੁਦਕਸ਼ੀ ਨਹੀਂ ਸੀ ਕਰਦਾ। ਪੰਜਾਬ ਦੇ ਸਿਰ 1 ਲੱਖ ਕਰੋੜ ਕਰਜ਼ਾ ਕੌਣ ਲੈ ਗਿਆ? ਇਹ ਹਰਾ ਇਨਕਲਾਬ। ਇਹ ਹਰਾ ਇਨਕਲਾਬ ਕਿਹਦੀ ਦੇਣ ਹੈ? ਇਹ ਸਾਡੀ ਪਾਰਲੀਮੈਂਟ ਜਿਹੜੀ ਸਾਮਰਾਜੀਆਂ ਦੇ ਅੱਗੇ ਗੋਡੇ ਟੇਕਦੀ ਆ ਤੇ ਅੱਜ ਵੀ ਟੇਕ ਰਹੀ ਹੈ। ਪੰਜਾਬ ਦੀ ਇਸ ਬੁਰੀ ਹਾਲਤ, ਪੰਜਾਬ ਦੇ ਕਰਜ਼ੇ ਲਈ ਸਾਡੇ ਦੇਸ਼ ਦੀ ਖੇਤੀਬਾੜੀ ਨੀਤੀ ਤੇ ਸਾਮਰਾਜ ਅੱਗੇ ਗੋਡੇ ਟੇਕਣ ਵਾਲੀਆਂ ਸਾਰੀਆਂ ਪਾਰਲੀਮੈਂਟ ਦੀਆਂ ਪਾਰਟੀਆਂ ਜਿਹੜੀਆਂ ਉਹ ਜ਼ਿੰਮੇਵਾਰ ਹੈ। ਕਰਜ਼ਾਈ ਆਰਥਿਕਤਾ
ਉਹਦੇ ਚੋਂ ਅੱਗੇ ਕੀ ਨਿਕਲਿਆ? ਇਹ ਇੱਕ ਬਾਰਡਰ ਦਾ ਸੂਬਾ ਹੈ, ਇਹਦੇ ਨਾਲ ਦੇ ਗੁਆਂਢੀ ਉਹਨਾਂ ਨਾਲ ਸਾਡਾ ਕੋਈ ਵਪਾਰ ਤਜਾਰਤ ਹੋਊ ਤਾਂ ਸਾਡੀ ਗੱਡੀ ਚੱਲੂ। ਇਹ ਪੰਜਾਬ ਜੇ ਕੋਈ ਐਗਰੀਕਲਚਰ ਦੀ ਹੱਬ ਬਣੂਗੀ, ਇਹ ਖੁਸ਼ਕ ਬੰਦਰਗਾਹ ਬਣੂਗੀ ਤੇ ਅਸੀਂ ਰੋਟੀ ਖਾ ਸਕਦੇ, ਕਿਉਂਕਿ ਅਸੀਂ ਕਰਦੇ ਖੇਤੀਬਾੜੀ, ਹੋਰ ਸਾਡੇ ਕੋਲ ਕੁਝ ਹੈ ਹੀ ਨਹੀਂ। ਪਹਿਲਾਂ ਤਾਂ ਰੂਸ ਵਾਲਿਆਂ ਬੜੀ ਕਿਰਪਾ ਕੀਤੀ ਸਾਡੇ ਤੇ, 65 ਤੇ 71 ਦੀਆਂ 2 ਜੰਗਾਂ ਫੌਜ ਸਾਡੀ, ਜੰਗ ਰੂਸ ਦੀ। UN ਚ ਭੁੱਟੋ ਬੋਲੇ, ਅਸੀਂ ਉਦੋਂ ਕਾਲਜ ਪੜ੍ਹਦੇ ਵੀ ਲੜਾਈ ਤੇ ਸਾਡੀ ਰੂਸ ਦੀ ਹੈ, ਭਾਰਤ ਵਿੱਚ ਕੀ ਕਰਦਾ ਸਾਨੂੰ ਸਮਝ ਨਹੀਂ ਸੀ ਆਉਂਦੀ। ਜਦ ਇਲਾਕਾ ਜਿੱਤ ਲਿਆ ਤਾਂ ਫੇਰ ਰਸ਼ੀਆ ਵਾਲਿਆਂ ਨੇ ਕਿਹਾ ਵੀ ਛਡਾਓ ਇਲਾਕਾ ਆਪਣਾ, ਨਹੀਂ ਤੇ ਆ ਜਾਓ ਅਸੀਂ ਛਡਾ ਦਿੰਦੇ ਹਾਂ। ਅਸੀਂ ਲੜੇ ਪਾਕਿਸਤਾਨ ਨਾਲ ਤੇ ਸਮਝੌਤਾ ਜਾ ਕੇ ਉੱਥੇ ਤਾਸ਼ਕੰਦ ਜੋ ਹੋਇਆ। ਕਿਉਂ? ਕਿਉਂਕਿ ਰੂਸ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਕਿ ਤੂੰ ਹਥਿਆਰ ਲੈਂਦਾ ਅਮਰੀਕਾ ਨੂੰ, ਅਸੀਂ ਦੁਨੀਆ ਦੇ ਨਵੇਂ ਜੰਮੇ ਗੁੱਡੇ, ਸਾਡੇ ਕੋਲ ਮਾਲ ਨਹੀਂ ਲੈਂਦਾ, ਛਿੱਤਰਾਂ ਨਾਲ ਤੈਨੂੰ ਮਾਲ ਵੇਚਾਂਗੇ। ਉਹਨੂੰ ਕਿਹਾ ਮੰਨਦਾ, ਉਹ ਕਹਿੰਦਾ ਮੰਨ ਲੈਂਦੇ ਜੀ। ਉਹਦਾ ਇਲਾਕਾ ਛੱਡਦਾ। ਸਾਡਾ ਪ੍ਰਧਾਨ ਮੰਤਰੀ ਕਹਿੰਦਾ ਮੈਂ ਦਸਤਖਤ ਵੀ ਕਰ ਲਏ, ਉਹਦਾ ਗਲ ਘੁੱਟ ਕੇ ਮਾਰਦਾ। ਅਜੇ ਤੱਕ ਕਿਸੇ ਨੇ ਉਹਦਾ ਪੋਸਟਮਾਰਟਮ ਨਹੀਂ ਕਰਾਇਆ। ਸੈਕੰਡ ਫਿਰ ਵਾਰ ਇਸੇ ਕਰਕੇ ਹੋਈ, 2 ਟੁੱਟੇ ਕਰਨ ਲਈ। ਉਸ ਤੋਂ ਬਾਅਦ ਪਾਕਿਸਤਾਨ ਨਾਲ ਅੱਜ ਵੀ ਸਾਡੇ ਸਬੰਧ ਖਰਾਬ ਹੈ ਤੇ ਹਮੇਸ਼ਾ ਸਾਨੂੰ ਚੀਨ ਤੇ ਪਾਕਿਸਤਾਨ ਤੋਂ ਜੰਗ ਦਾ ਖਤਰਾ ਜਿਹੜਾ ਉਹ ਮੌਜੂਦ ਰਹਿੰਦਾ ਹੈ। ਫਿਰ ਉਸ ਤੋਂ ਅੱਗੇ ਜੇ ਇੱਥੇ ਅਕਵਾ ਦਾ ਇੰਡਸਟਰੀ ਜਿਹੜੀ ਹੈ ਹਿਜਰਤ ਕਰ ਗਈ, ਖੇਤੀਬਾੜੀ ਕਰਜ਼ਾਈ ਹੋ ਗਈ, ਤਾਂ ਸਾਰੇ ਸਾਡੇ ਨੌਜਵਾਨ ਜਿਹੜੇ ਆ ਉਹ ਪ੍ਰਵਾਸੀ ਹੋਣੇ ਸ਼ੁਰੂ ਹੋ ਗਏ। ਅੱਜ ਜ਼ਮੀਨ ਤੇ ਹਮਲਾ ਹੋਇਆ, ਅਮਰੀਕਨ ਕੰਪਨੀਆਂ ਖੇਤੀਬਾੜੀ ਦੀਆਂ ਸਾਡੀ ਜ਼ਮੀਨ ਹਥਿਆਉਣੀ ਚਾਹੁੰਦੀਆਂ। ਮੋਦੀ ਕੋਲੋਂ ਧੱਕੇ ਦਾ ਫੈਸਲਾ ਕਰਾ ਲਿਆ ਤੇ ਅਸੀਂ ਉੱਥੇ ਲੜ ਰਹੇ ਹਾਂ। ਤੇ ਜਿੰਨੀਆਂ ਗੱਲਾਂ ਕੀਤੀਆਂ ਪੰਜਾਬ ਦੀਆਂ ਮੈਂ ਹੋਰ ਨਹੀਂ ਕਰਨੀਆਂ ਚਾਹੁੰਦਾ। ਸਾਨੂੰ ਸ਼ਾਬਾਸ਼ੀ ਮਿਲੀ ਕਿ ਤੁਸੀਂ ਹੱਲਾ ਮਾਰਿਆ ਤੇ ਖੇਤੀਬਾੜੀ ਦੇ ਅੰਦੋਲਨ ਜਿਹੜਾ ਉਹ ਸ਼ੁਰੂ ਹੋਇਆ। ਤਾਂ ਮੇਰਾ ਟਾਈਮ ਖਤਮ ਹੋ ਗਿਆ। ਧੰਨਵਾਦ। ਜੇ ਹੋਰ ਹੁੰਦਾ ਗੱਲਾਂ ਹੋਰ ਜਿਹੜੀਆਂ